ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਤਰੁੱਠਦੇ ਆ, ਦਇਆ ਦੇ ਘਰ ਵਿੱਚ ਆਉਂਦੇ ਆ। ਬਾਬਾ ਅਮਰਦਾਸ ਉਹਨਾਂ ਦੀ ਇਹਨੇ ਵਰਿਆਂ ਦੀ ਕੀਤੀ ਹੋਈ ਘਾਲ ਉਹ ਥਾਂ ਪੈਂਦੀ ਆ। ਸਤਿਗੁਰੂ ਮਹਾਰਾਜ ਫਿਰ ਬੜੇ ਪਿਆਰ ਦੇ ਨਾਲ ਗਲੇ ਲਗਾਉਂਦੇ ਆ, ਬੜਾ ਮਾਣ ਦਿੰਦੇ ਆ। ਇਸ਼ਨਾਨ ਕਰਾਉਂਦੇ, ਆਪਣੇ ਹੱਥੀ ਨਵੀਂ ਪੋਸ਼ਾਕ ਪਹਿਨਾਉਂਦੇ ਆ ਤੇ ਆਪਣੇ ਆਸਣ ਤੇ ਬਿਠਾ ਦਿੰਦੇ ਆ। ਔਰ ਨਾਲ ਹੀ ਸਾਰੀਆਂ ਸਿੱਖ ਸੰਗਤਾਂ ਨੂੰ ਇਹ ਵੀ ਹੁਕਮ ਕਰਦੇ ਆ ਕਿ ਬਾਬਾ ਅਮਰਦਾਸ ਅਤੇ ਸਾਡੇ ਵਿੱਚ ਹੁਣ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ ਆ। ਇਹ ਮੇਰਾ ਹੀ ਰੂਪ ਨੇ, ਇਹ ਸਾਡਾ ਹੀ ਸਵਰੂਪ ਨੇ। ਸਾਡੇ ਤੇ ਇਹਨਾਂ ਵਿੱਚ ਹੁਣ ਕੋਈ ਭਿੰਨਤਾ ਨਹੀਂ ਰਹਿ ਗਈ। ਗੁਰੂ ਮਹਾਰਾਜ ਜੀ ਨੇ ਉਦਾਹਰਨਾਂ ਵੀ ਕਰ ਦਿੱਤੀਆਂ ਕਿ ਜਿਵੇਂ ਗੰਗਾ ਦੇ ਵਿੱਚ ਕੋਈ ਨਦੀ ਪੈ ਜਾਂਦੀ ਹੈ, ਗੰਗਾ ਦਾ ਰੂਪ ਹੋ ਜਾਂਦੀ ਹੈ। ਜਿਵੇਂ ਜੰਗਲ ਦੀ ਅੱਗ ਵਿੱਚ ਨਿੱਕੀ ਅੱਗ ਦੀ ਚਿੰਗਾੜੀ, ਉਹ ਵੀ ਉਹਦਾ ਰੂਪ ਹੋ ਜਾਂਦੀ ਹੈ। ਜਿਵੇਂ ਬੂੰਦ ਸਾਗਰ ਵਿੱਚ ਡਿੱਗਦੀ ਆ ਤੇ ਦੋਨੋਂ ਇੱਕ ਹੋ ਜਾਂਦੇ ਨੇ, ਇਸੇ ਤਰ੍ਹਾਂ ਬਾਬਾ ਅਮਰਦਾਸ ਅਸੀਂ ਦੋਨੋਂ ਇੱਕ ਹੋ ਗਏ ਆ। ਇਸ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਿਰਪਾ ਕਰਦੇ ਹੋਏ ਹੋਰ ਫਿਰ ਸੰਗਤਾਂ ਨੂੰ ਕੀ ਵਚਨ ਕਹਿੰਦੇ ਆ ਤੇ ਬਾਬਾ ਅਮਰਦਾਸ ਜੀ ਫਿਰ ਉਹਨਾਂ ਨੂੰ ਮਹਾਰਾਜ ਕੀ ਹੁਕਮ ਕਰਦੇ ਆ। ਅਗਲੇਰੀ ਵਾਰਤਾ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਭਾਵਨਾ ਦੇ ਨਾਲ ਇਸ ਤਰ੍ਹਾਂ ਲਿਖਦੇ ਹਨ ਜੀ। ਮੈਂ ਆਪਣੇ ਅਸਥਾਨ ਬਿਠਾਵਾ, ਕਹਿਣ ਲੱਗੇ ਹੁਣ ਇਹਨਾਂ ਨੂੰ ਮੈਂ ਆਪਣੇ ਸਥਾਨ ਤੇ ਬਿਠਾਵਾਂਗਾ। ਜਿਸ ਆਸਣ ਤੇ ਅਸੀਂ ਬੈਠਦੇ ਆ, ਬਾਬਾ ਅਮਰਦਾਸ ਜੀ ਬੈਠਣਗੇ। ਕਾਲ ਥਾਂ ਪੈ ਗਈ। ਗੁਰੂ ਘਰ ਦੇ ਵਿੱਚ ਸੇਵਾ ਕਰਨੀ ਇਹ ਬੜਾ ਵੱਡਾ ਤਪ ਹੈ, ਬਹੁਤ ਵੱਡਾ। ਇਹ ਸੇਵਾ ਦਾ ਤਪ ਇਹਨਾਂ ਕਰਿਆ ਹੈ ਜੀ। ਗੁਰਤਾ ਗਾਦੀ ਦਾ ਰਖਾਵਾ, ਕਹਿਣ ਲੱਗੇ ਇਹਨਾਂ ਨੂੰ ਗੁਰਤਾ ਗੱਦੀ ਜਿਹੜੀ ਉਹ ਮਿਲੇਗੀ। ਗੁਰੂ ਨਾਨਕ ਦੀ ਜੋਤ ਇਹਨਾਂ ਦੇ ਹਿਰਦੇ ਦੇ ਵਿੱਚ ਨਿਵਾਸ ਕਰੇਗੀ, ਟਿਕੇਗੀ ਜੀ। ਸਭ ਸੰਗਤ ਕੋ ਦਇਓ ਸੁਨਾਏ, ਸਾਰੀਆਂ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ, ਸਾਰਿਆਂ ਨੂੰ ਇਕੱਤਰ ਕਰਕੇ ਕੋਰ ਬੁਲਾ ਕੇ ਸੁਣਾ ਦਿੱਤੀ ਇਹ ਗੱਲ ਕਿ ਬਾਬੇ ਨਾਨਕ ਦੀ ਜੋਤ ਬਾਬਾ ਅਮਰਦਾਸ ਇਹਨਾਂ ਦੇ ਹਿਰਦੇ ਵਿੱਚ ਹੀ ਟਿਕੇਗੀ। ਇਹਨਾਂ ਨੂੰ ਅਸੀਂ ਆਪਣੀ ਥਾਂ ਤੇ ਬਿਠਾਵਾਂਗੇ। ਇਹ ਜਿਹੜੀ ਜੋਤ ਇਲਾਹੀ ਆ ਇਹ ਇਹਨਾਂ ਨੂੰ ਹੀ ਮਿਲੇਗੀ ਜੀ। ਇਹੋ ਮੇਰੋ ਅਬ ਰੂਪ ਸੁਹਾਏ, ਤੇ ਨਾਲ ਕਹਿਣ ਲੱਗੇ ਬਸ ਇਹ ਹੁਣ ਮੇਰਾ ਰੂਪ ਆ, ਇਹਨਾਂ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਆ। ਇਹੀ ਹੁਣ ਗੁਰੂ ਨਾਨਕ ਦੇ ਘਰ ਦੇ ਵਾਰਸ ਬਣ ਕੇ ਸੋਭਾ ਪਾਵਣਗੇ ਜੀ। ਇਸ ਮਹਾ ਮੋਹ ਮਹਾ ਭੇਦ ਨਾ ਕੋਈ, ਇਹਨਾਂ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਭੇਦ ਨਹੀਂ ਰਹਿ ਗਿਆ, ਕੋਈ ਫਰਕ ਨਹੀਂ ਰਹਿ ਗਿਆ। ਔਰ ਸਤਿਗੁਰ ਦੀ ਬਾਣੀ ਅਨੁਸਾਰ ਪਿਆਰਿਓ, ਜਦੋਂ ਕੋਈ ਪਰਮਾਤਮਾ ਨੂੰ ਬਹੁਤ ਜਪਦਾ ਆ, ਰੱਬ ਨੂੰ ਬਹੁਤ ਜਪਦਾ, ਜਾਂ ਇਵੇਂ ਕਹਿ ਲਈਏ ਜਿਹੋ ਜਿਹੇ ਨੂੰ ਕੋਈ ਯਾਦ ਕਰਦਾ ਆ ਨਾ, ਉਹਦਾ ਅੰਦਰ ਉਦਾਂ ਦਾ ਬਣਦਾ ਜਾਂਦਾ, ਬਣਦਾ ਜਾਂਦਾ। ਸਰੀਰ ਦੋ ਨੇ ਪਰ ਅੰਦਰੋਂ ਇੱਕ ਹੋ ਗਏ, ਗੁਰੂ ਮਹਾਰਾਜ ਤੇ ਬਾਬਾ ਅਮਰਦਾਸ ਜੀ। ਸਤਿਗੁਰੂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਜਿਹੜਾ ਦਿਨ ਰਾਤ ਪਰਮਾਤਮਾ ਨੂੰ ਭਜਦਾ, ਜਪਦਾ, ਧਿਆਉਂਦਾ, ਇੱਕ ਦਿਨ ਉਹਦਾ ਰੂਪ ਹੋ ਜਾਂਦਾ। ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ। ਉਹ ਜੋ ਹਰੀ ਨੂੰ ਜਪਦਾ ਹਰੀ ਵਰਗਾ ਹੋ ਜਾਂਦਾ। ਅਬ ਤੋ ਜਾਏ ਮਿਲੇ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਅੰਦਰੋਂ ਇੱਕ ਹੋ ਗਏ ਜੀ ਰਾਮ ਤੇ ਕਬੀਰ। ਜਦੋਂ ਕੋਈ ਜਪਦਾ, ਇਸੇ ਤਰ੍ਹਾਂ ਗੁਰੂ ਨੂੰ ਸੇਵਾ ਕਰਦਿਆਂ 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 ਪਿਆਰ ਜਿਹੜਾ ਸਿੱਖ ਹੈ ਉਹ ਅੰਦਰੋਂ ਗੁਰੂ ਦਾ ਰੂਪ ਹੋ ਜਾਂਦਾ ਹੈ। ਗੁਰੂ ਅੰਦਰੋਂ ਉਸ ਨੂੰ ਆਪਣੇ ਵਰਗਾ ਬਣਾ ਲੈਂਦਾ। ਵੇਖਣ ਨੂੰ ਬਾਹਰ ਸਰੀਰ ਦੋ ਲੱਗਦੇ ਆ, ਪਰ ਜਿਹੜਾ ਅੰਦਰੂਨੀ ਭੇਦ ਆ ਉਹ ਮਿਟ ਜਾਂਦਾ ਹੈ ਜੀ। ਆਹਾ ਏਕ ਕੀ ਦੇਹ ਜੋ ਦੋਈ, ਇਹੀ ਗੱਲ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ, ਅਸੀਂ ਇੱਕ ਆ, ਕੇਵਲ ਸਰੀਰ ਦੋ ਨੇ, ਦੇਹਾਂ ਦੋ ਤੁਹਾਨੂੰ ਦਿਖਾਈ ਪੈਂਦੀਆਂ ਨੇ,
ਪਰ ਅਸੀਂ ਅੰਦਰ ਇੱਕ ਹੋ ਗਏ ਆ, ਇਵੇਂ ਕਿ ਜਿਉਂ ਜਲ ਮੈਂ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੋਤ ਵਿੱਚ ਜੋਤ ਇਵੇਂ ਲੀਨ ਹੋ ਗਈ ਆ, ਇਹ ਸਮਾ ਗਈ ਆ। ਇਸ ਕਰਕੇ ਮਹਾਰਾਜ ਕਹਿੰਦੇ ਵੇਖਣ ਨੂੰ ਸਰੀਰ ਦੋ ਨੇ, ਪਰ ਅੰਦਰੋਂ ਅਸੀਂ ਇੱਕ ਹੋ ਚੁੱਕੇ ਹਾਂ ਜੀ। ਬਿਦਤ ਭਏ ਗੁਰ ਸੰਗਤ ਮਾਹੇ। ਹੁਣ ਸਾਰੀ ਸੰਗਤ ਵਿੱਚ ਇਹ ਗੱਲ ਪ੍ਰਗਟ ਹੋ ਗਈ, ਸਾਰਿਆਂ ਨੂੰ ਸਮਝ ਪੈ ਗਈ, ਇਸ ਗੱਲ ਦੀ ਅੰਦਾਜ਼ਾ ਲੱਗ ਗਿਆ। ਜਿਨ੍ਹਾਂ ਦੇ ਮਨਾਂ ਦੇ ਵਿੱਚ ਕਦੇ ਕੋਈ ਇਹ ਸਵਾਲ ਹੋਵੇਗਾ ਕਿ ਗੁਰ ਅੰਗਦ ਦੇਵ ਮਹਾਰਾਜ ਪਤਾ ਨਹੀਂ ਗੁਰਿਆਈ ਕਿਸ ਨੂੰ ਦੇਣਗੇ, ਆਪਣੇ ਪੁੱਤਰ ਨੇ ਦੋ, ਦਾਤੂ ਆ ਦਾਸੂ ਆ, ਉਹਨਾਂ ਨੂੰ ਬਿਠਾਉਂਦੇ ਆ ਜਾਂ ਕੀ ਕਰਦੇ ਆ। ਪਰ ਹੁਣ ਉਹ ਜਿਹੜੀਆਂ ਸੰਗਤਾਂ ਨੇ, ਸਿੱਖ ਨੇ, ਉਹਨਾਂ ਦੇ ਮਨ ਦਾ ਸ਼ੰਕਾ ਥੋੜਾ ਦੂਰ ਹੋ ਗਿਆ। ਉਹਨਾਂ ਨੂੰ ਸਮਝ ਪੈ ਗਈ ਆ ਕਿ ਹੁਣ ਬਾਬਾ ਅਮਰਦਾਸ ਹੀ ਗੁਰੂ ਬਣਨਗੇ ਜੀ। ਗੁਰ ਸ਼੍ਰੀ ਅਮਰ ਅਪਰ ਹੋਏ ਨਾਹੇ। ਬਸ ਹੁਣ ਆ ਜਿਹੜਾ ਸੀ ਨਾ, ਪਹਿਲਾਂ ਜੇ ਕਿਸੇ ਦੇ ਮਨ ਵਿੱਚ ਕੋਈ ਭੁਲੇਖਾ ਹੋਵੇਗਾ ਉਹ ਵੀ ਦੂਰ ਹੋ ਗਿਆ। ਸਾਰੀਆਂ ਸੰਗਤਾਂ ਵਿੱਚ ਇਹ ਗੱਲ ਪ੍ਰਗਟ ਹੋ ਗਈ ਆ, ਇਹ ਸਾਰਿਆਂ ਨੂੰ ਸਮਝ ਪੈ ਗਈ ਆ ਕਿ ਹੁਣ ਧੰਨ ਗੁਰ ਅਮਰਦਾਸ ਮਹਾਰਾਜ ਜੀ ਹੀ ਗੁਰੂ ਹੋਣਗੇ। ਗੁਰ ਅੰਗਦ ਦੇਵ ਮਹਾਰਾਜ ਜੀ ਤੋਂ ਬਾਅਦ ਹੋਰ ਕੋਈ ਨਹੀਂ ਹੋਵੇਗਾ ਜੀ। ਪੁਨ ਬੋਲੇ ਮੁਖ ਚੰਦ ਸੁਦਾਸੇ। ਸਤਿਗੁਰੂ ਧੰਨ ਗੁਰ ਅੰਗਦ ਦੇਵ ਮਹਾਰਾਜ ਚੰਦਰਮਾ ਦੇ ਮੁਖੜੇ ਵਰਗੇ ਮੇਰੇ ਸਤਿਗੁਰ ਜੀ ਅੰਮ੍ਰਿਤ ਬਰਸਾਉਣ ਵਾਲੇ ਰਸਨਾ ਤੋਂ ਮੇਰੇ ਦਾਤਾ ਜੀ ਬੋਲਦੇ ਹਨ ਜੀ। ਆਨੰਦ ਕੰਦ ਬਿਲੰਦ ਨਿਵਾਸੇ। ਸਤਿਗੁਰੂ ਮਹਾਰਾਜ ਜੀ ਆਨੰਦ ਦੇ ਦਾਤੇ, ਆਨੰਦ ਦੇ ਸੋਮੇ ਮੇਰੇ ਸਾਹਿਬ ਧੰਨ ਗੁਰ ਅੰਗਦ ਦੇਵ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਫਿਰ ਇਸ ਤਰ੍ਹਾਂ ਆਖਦੇ ਹਨ ਜੀ। ਸੁਨ ਪੁਰਖਾ ਗ੍ਰਹਿ ਸੰਤਤ ਕਿਆ ਹੈ। ਫਿਰ ਮਹਾਰਾਜ ਕਹਿੰਦੇ ਨੇ, ਸੁਨ ਪੁਰਖਾ ਬਾਬਾ ਅਮਰਦਾਸ ਜੀ ਨੂੰ ਕਹਿੰਦੇ ਨੇ ਵੀ ਇਹ ਦੱਸੋ ਆਪਣੇ ਪਰਿਵਾਰ ਦੇ ਬਾਰੇ। ਪਰਿਵਾਰ ਤੁਹਾਡਾ ਕਿੰਨਾ ਕੁ ਵਾ ਜਾਣਨ ਦਾ ਪਹਿਲੇ ਵੀ ਆ, ਕਿਉਂਕਿ ਰਿਸ਼ਤੇਦਾਰੀ ਵੀ ਹੈ ਦੁਨਿਆਵੀ ਧੰਨ ਗੁਰ ਅਮਰਦਾਸ ਮਹਾਰਾਜ ਜੀ ਨਾਲ। ਫਿਰ ਵੀ ਪੁੱਛਦੇ ਆ ਕਿ ਪਰਿਵਾਰ ਕਿੰਨਾ ਕੁ ਆ। ਔਰ ਧੰਨ ਗੁਰ ਅਮਰਦਾਸ ਮਹਾਰਾਜ ਨੂੰ ਜਦੋਂ ਇਹ ਸਵਾਲ ਕਰਦੇ ਆ, ਸੁਣ ਪੁਰਖਾ, ਕਿ ਮੈਂ ਪੁਰਖਾ ਮੈਨੂੰ ਦੱਸ ਆਪਣੇ ਪਰਿਵਾਰ ਦੇ ਬਾਰੇ ਜੀ। ਦੋਹਿਤਾ ਪੁੱਤਰ ਭਏ ਸੋ ਕਹਾ ਹੈ। ਜਿਹੜੇ ਤੁਹਾਡੇ ਧੀਆਂ ਪੁੱਤਰ ਨੇ, ਤੁਹਾਡੀ ਸੰਤਾਨ ਹੈ, ਔਲਾਦ ਹੈ, ਉਹ ਕਿੱਥੇ ਆ। ਧੰਨ ਗੁਰ ਅਮਰਦਾਸ ਮਹਾਰਾਜ ਫਿਰ ਬੇਨਤੀ ਕਰਨਗੇ ਜੀ। ਹੱਥ ਜੋੜ ਕਰ ਬਿਨਾ ਬਖਾਨੀ। ਸਤਿਗੁਰੂ ਧੰਨ ਗੁਰ ਅਮਰਦਾਸ ਮਹਾਰਾਜ ਜੀ ਨੇ ਹੱਥ ਜੋੜੇ, ਬੜੇ ਪਿਆਰ ਨਿਮਰਤਾ ਦੇ ਨਾਲ ਬੇਨਤੀ ਕੀਤੀ ਹੈ ਜੀ। ਸਭ ਰਾਵਰ ਕੋ ਗਿਆਤ ਮਹਾਨੀ। ਕਹਿਣ ਲੱਗੇ ਗੁਰ ਅੰਗਦ ਦੇਵ ਮਹਾਰਾਜ, ਦੀਨ ਦੁਨੀਆ ਦੀ ਸਾਰੀ ਤੁਹਾਨੂੰ ਮਹਾਰਾਜ ਜਾਣਕਾਰੀ ਆ, ਮੇਰੇ ਬਾਰੇ ਜਾਣਦੇ ਹੋ, ਪਰਿਵਾਰ ਬਾਰੇ ਜਾਣਦੇ ਹੋ, ਤੁਹਾਨੂੰ ਸਭ ਪਤਾ ਹੈ ਜੀ। ਤਦਪ ਜੋ ਪੁੱਛੋ ਸਮ ਅਨਜਾਣੇ। ਤੇ ਜੇਕਰ ਫਿਰ ਵੀ ਤੁਸੀਂ ਪੁੱਛਣਾ ਹੀ ਚਾਹੁੰਦੇ ਹੋ, ਜੇ ਸਾਡੇ ਮੁਖ ਤੋਂ ਹੀ ਸੁਣਨਾ ਚਾਹੁੰਦੇ ਹੋ ਜੀ, ਕਹੋ ਸੁਨੋ ਗੁਣ ਖਾਨ ਮਹਾਨੇ। ਇਹ ਗੁਣਾਂ ਦੀ ਖਾਨ, ਇਹ ਗੁਣਾਂ ਦੇ ਸਮੁੰਦਰ ਧੰਨ ਗੁਰ ਅੰਗਦ ਦੇਵ ਮਹਾਰਾਜ ਜੀ। ਫਿਰ ਅਸੀਂ ਦੱਸਦੇ ਹਾਂ ਤੇ ਆਪ ਜੀ ਪਿਆਰ ਨਾਲ ਸੁਣੋ ਜੀ। ਦੋਏ ਪੁੱਤਰ ਹੈ ਮੋਹਨ ਮੋਹਰੀ। ਕਹਿਣ ਲੱਗੇ ਦੋ ਪੁੱਤਰ ਨੇ ਜੀ ਤੁਹਾਡੀ ਕਿਰਪਾ ਦੇ ਨਾਲ, ਮੋਹਨ ਅਤੇ ਮੋਹਰੀ, ਦੋ ਪੁੱਤਰ ਨੇ ਧੰਨ ਗੁਰ ਅਮਰਦਾਸ ਮਹਾਰਾਜ ਜੀ ਦੇ। ਕਹਿਣ ਲੱਗੇ ਦੋ ਮੇਰੇ ਬੇਟੇ ਨੇ, ਦੋ ਪੁੱਤਰ ਨੇ, ਮੋਹਨ ਜੀ ਅਤੇ ਮੋਹਰੀ ਜੀ। ਦ્વા ਤਨਿਆ ਸਭ ਰੂਪ, ਦ્વા ਤਨਿਆ ਸਭ ਕਿਰਪਾ ਤੋਰੀ। ਤੇ ਤੁਹਾਡੀ ਕਿਰਪਾ ਦੇ ਨਾਲ ਦੋ ਤਨੀਆਂ, ਤਨੀਆਂ ਕਹਿੰਦੇ ਨੇ ਧੀਆਂ ਨੂੰ, ਦੋ ਬੇਟੀਆਂ ਵੀ ਆ ਜੀ, ਦਾਨੀ ਜੀ ਤੇ ਬੀਬੀ ਭਾਨੀ ਜੀ, ਇਹ ਦੋ ਧੀਆਂ ਨੇ। ਧੰਨ ਗੁਰ ਅਮਰਦਾਸ ਮਹਾਰਾਜ ਪਿਤਾ ਦਾ ਨਾਮ ਤੇਜਭਾਨ ਹੈ। 1479 ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ, ਬਾਸਰ ਕੇ ਨਗਰਿਆ। ਤੇ ਧੰਨ ਗੁਰ ਅਮਰਦਾਸ ਮਹਾਰਾਜ, ਉਹਨਾਂ ਦੇ ਤਿੰਨ ਹੋਰ ਭਰਾ ਵੀ ਆ, ਆਪ ਸਭ ਤੋਂ ਵੱਡੇ ਆ ਜੀ ਘਰ ਵਿੱਚੋਂ। ਔਰ ਇਹਨਾਂ ਦੇ ਜਿਹੜੇ ਤਿੰਨ ਭਰਾ ਹੋਰ ਨੇ, ਇੱਕ ਨੇ ਈਸਰਦਾਸ। ਈਸਰਦਾਸ ਉਹ ਨੇ ਕਿ ਇਹ ਜਿਨ੍ਹਾਂ ਦੇ ਪੁੱਤਰ ਨੇ ਭਾਈ ਗੁਰਦਾਸ ਜੀ, ਪਿਆਰ ਵਾਲੇ ਭਾਈ ਗੁਰਦਾਸ,
ਗੁਰੂ ਕੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਲਿਖਾਰੀ ਭਾਈ ਗੁਰਦਾਸ ਜੀ, ਇਹ ਇੱਕ ਇਹਨਾਂ ਦੇ ਭਰਾ ਨੇ, ਉਹਨਾਂ ਦਾ ਨਾਂ ਖੇਮ ਰਾਏ ਜੀ ਆ। ਉਹਨਾਂ ਦੇ ਪੁੱਤਰ ਨੇ ਸਾਵਣ ਮੱਲ ਜੀ, ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਬੜੀਆਂ ਬਖਸ਼ਾਂ ਦਿੱਤੀਆਂ। ਤੇ ਜਿਹੜੇ ਇੱਧਰ ਹਰੀਪੁਰ ਇੱਧਰ ਹਿਮਾਚਲ ਦੇ ਇਲਾਕੇ ਵਿੱਚ ਉਧਰ ਜਾਂਦੇ ਆ, ਸਿੱਖੀ ਦਾ ਪ੍ਰਚਾਰ ਕਰਦੇ ਆ। ਫਿਰ ਤੀਸਰੇ ਇਹਨਾਂ ਦੇ ਜਿਹੜੇ ਚੌਥੇ ਭਰਾ ਨੇ ਉਹ ਨੇ ਮਾਣਕ ਚੰਦ ਜੀ। ਮਾਣਕ ਚੰਦ ਕਿ ਜਿਨ੍ਹਾਂ ਦੇ ਬੇਟੇ ਨਾਲ ਧੰਨ ਗੁਰੂ ਅੰਗਦ ਦੇਵ ਮਹਾਰਾਜ, ਉਹਨਾਂ ਦੀ ਪਿਆਰੀ ਬੇਟੀ ਬੀਬੀ ਅਮਰੋ ਵਿਆਹੀ ਹੋਈ ਆ। ਧੰਨ ਗੁਰੂ ਅਮਰਦਾਸ, ਫਿਰ ਬੇਨਤੀ ਕਰਾਂ, ਇਹ ਚਾਰ ਭਰਾ ਨੇ। ਗੁਰੂ ਅਮਰਦਾਸ ਮਹਾਰਾਜ, ਇਹਨਾਂ ਦੇ ਫਿਰ ਅੱਗੋਂ ਚਾਰ ਬੱਚੇ ਆ ਜੀ, ਦੋ ਬੇਟੇ ਨੇ, ਦੋ ਬੇਟੀਆਂ ਆ। ਬੇਟੇ ਬਾਬਾ ਮੁਣ ਜੀ ਆ ਤੇ ਬਾਬਾ ਮੁਰੀ ਜੀ ਆ। ਤੇ ਪਿਆਰੇ ਜਿਹੜੀਆਂ ਸਪੁੱਤਰੀਆਂ ਨੇ ਉਹ ਇੱਕ ਨੇ ਬੀਬੀ ਦਾਨੀ ਜੀ ਤੇ ਦੂਸਰੀ ਬੀਬੀ ਭਾਨੀ ਜੀ। ਬੀਬੀ ਭਾਨੀ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਉਹਨਾਂ ਦਾ ਆਨੰਦ ਕਾਰਜ ਹੁੰਦਾ ਹੈ। ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਦੀ ਕੁੱਖ ਤੋਂ ਪਿਆਰ, ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਇਹ ਪਰਿਵਾਰ ਦੀ ਮੈਂ ਬੇਨਤੀ ਕਰੀ ਆ, ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਪੁੱਛਿਆ ਹੈ ਨਾ ਕਿ ਪਰਿਵਾਰ ਦੇ ਬਾਰੇ ਦੱਸੋ, ਕਿ ਹੁਣ ਪਰਿਵਾਰ ਕਿੱਥੇ ਆ ਤੇ ਕੌਣ ਕੌਣ ਆ। ਤੇ ਮਹਾਰਾਜ ਧੰਨ ਗੁਰੂ ਅਮਰਦਾਸ, ਉਹਨਾਂ ਦੀ ਜਿਹੜੇ ਮਹਿਲ ਨੇ, ਉਹਨਾਂ ਦਾ ਮਹਿਲ ਅਸੀਂ ਸਤਿਕਾਰ ਨਾਲ ਕਹਿੰਦੇ ਆ। ਸਾਰੀਆਂ ਸੰਗਤਾਂ ਕਹਿੰਦੀਆਂ ਨੇ ਗੁਰੂ ਪਤਨੀਆਂ ਨੂੰ ਮਹਿਲ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਸੀ। ਤੇ ਸਤਿਗੁਰੂ ਜੀ ਦੇ ਮਹਿਲ, ਉਹਨਾਂ ਦਾ ਨਾਂ ਹੈ ਮਾਤਾ ਮਨਸਾ ਦੇਵੀ ਜੀ। ਮਨਸਾ ਦੇਵੀ ਜੀ, ਇਹ ਗੁਰੂ ਸਾਹਿਬ ਦਾ ਪਰਿਵਾਰ ਹੈ। ਬਾਬਾ ਅਮਰਦਾਸ ਜੀ ਕਹਿੰਦੇ ਨੇ ਗੁਰੂ ਅੰਗਦ ਦੇਵ ਜੀਓ, ਦੋ ਪੁੱਤਰ ਨੇ, ਮੋਹਣੀ ਜੀ ਅਤੇ ਮੋਰੀ ਜੀ, ਤੇ ਦੋ ਧੀਆਂ ਨੇ, ਦਾਨੀ ਜੀ ਅਤੇ ਬੀਬੀ ਭਾਨੀ ਜੀ। ਇਹ ਸਪੁੱਤਰੀਆਂ ਹਨ ਜੀ। ਸੁਨ ਬੋਲੇ ਸੁਨ ਪੁਰਖਾ ਅਬਾ। ਸਤਿਗੁਰੂ ਮਹਾਰਾਜ ਜੀ ਸੁਣ ਕੇ ਫਿਰ ਕਹਿੰਦੇ ਨੇ, ਪੁਰਖਾ ਗੱਲ ਸੁਣੋ ਧਿਆਨ ਦੇ ਨਾਲ। ਅਸੀਂ ਹੁਣ ਜਿਹੜਾ ਤੁਹਾਨੂੰ ਬਚਨ ਕਹਿਣ ਲੱਗੇ ਆ, ਤੁਸੀਂ ਸੇਵਾ ਬਹੁਤ ਕੀਤੀ ਆ, ਬਚਨ ਬਹੁਤ ਮੰਨੇ, ਕਾਲ ਥਾਂ ਪਈ, ਮੇਰਾ ਰੂਪ ਹੋ ਗਏ ਹੋ। ਇਸ ਕਰਕੇ ਤੁਹਾਨੂੰ ਕੁਝ ਹੋਰ ਅਸੀਂ ਹੁਣ ਇਹ ਗੱਲ ਸਮਝਾਉਣ ਲੱਗੇ ਹਾਂ ਜੀ। ਹਿਤ ਲਾਇਕ ਤੋਹੇ ਭਾਖੋ ਸਭਾ। ਕਹਿਣ ਲੱਗੇ, ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ, ਕਹਿਣ ਲੱਗੇ ਵੀ ਇਤ ਲਾਇਕ ਤੋਂ ਭਾਖੋਂ ਸਭਾ, ਮੈਂ ਤੁਹਾਡੇ ਹਿੱਤ ਵਿੱਚ, ਤੁਹਾਡੇ ਲਈ, ਤੁਹਾਡੇ ਭਲੇ ਲਈ ਇਹ ਮੈਂ ਹੁਣ ਕਹਿਣ ਲੱਗਿਆ ਵਾਂ ਕਿ ਹਿਤ ਲਾਇਕ ਤੋਹੇ ਭਾਖੋਂ ਸਭਾ। ਇਹ ਮੈਂ ਤੁਹਾਡੇ ਭਲੇ ਲਈ ਕਹਿ ਰਿਹਾ ਵਾਂ, ਜੋ ਮੈਂ ਪਹਿਲਾਂ ਕਿਹਾ ਜਾਂ ਹੁਣ ਕਹਿਣ ਲੱਗਾ ਹਾਂ ਜੀ। ਅਬ ਖਡੂਰ ਕੋ ਬਸਬੋ ਛੋਰ। ਕਹਿਣ ਲੱਗੇ ਵੀ ਹੁਣ ਤੁਸਾਂ ਨੇ ਨਾ ਇਹ ਖਡੂਰ ਸਾਹਿਬ ਨਹੀਂ ਰਹਿਣਾ, ਇੱਥੋਂ ਚਲੇ ਜਾਣਾ। ਇਹ ਤੇ ਹੁਣ ਤੁਸਾਂ ਨੇ ਬਸੇਬਾ ਨਹੀਂ ਰੱਖਣਾ ਹੈ ਜੀ। ਅਪਰ ਸਥਾਨ ਬਾਸ ਕੋ ਟੋਰ। ਕੋਈ ਹੋਰ ਸਥਾਨ ਜਿਹੜਾ ਆ ਨਾ ਉਹ ਹੁਣ ਟੋਲਣਾ ਆ, ਲੱਭਣਾ ਆ, ਔਰ ਤੁਸਾਂ ਨੇ ਹੁਣ ਉੱਥੇ ਨਿਵਾਸ ਕਰਨਾ ਹੈ ਜੀ। ਸ਼੍ਰੀ ਨਾਨਕ ਮੋਹਿ ਦੀਨ ਗੁਰਾਈ। ਬਾਬਾ ਅਮਰਦਾਸ ਜੀ ਕਹਿੰਦੇ ਨੇ, ਸਤਿਗੁਰੂ ਜੀ ਉਹ ਕਿਉਂ? ਠੀਕ ਹੈ, ਤੁਹਾਡਾ ਹੁਕਮ ਹੈ, ਆਪਾਂ ਚਲੇ ਜਾਣਾ, ਜਿੱਥੇ ਕਹੋਗੇ ਅਸੀਂ ਉੱਥੇ ਜਾ ਕੇ ਮਹਾਰਾਜ ਨਿਵਾਸ ਕਰਾਂਗੇ। ਸਤ ਬਚਨ, ਪਰ ਸਤਿਗੁਰੂ ਜੀ ਕਾਰਨ ਤੁਹਾਡੇ ਚਰਨਾਂ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ, ਹੁਣੇ ਹੀ ਮੈਂ ਚਲਿਆ ਜਾਵਾਂ। ਮਹਾਰਾਜ ਕਹਿੰਦੇ ਹੁਣ ਨਹੀਂ, ਠਹਿਰ ਕੇ। ਕਹਿਣ ਲੱਗੇ ਕਿ ਵੇਖੋ, ਅਸੀਂ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕੀਤੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ। 1532 ਵਿੱਚ ਬਾਬਾ ਲਹਿਣਾ ਜੀ ਆਉਂਦੇ ਆ ਤੇ 1539 ਵਿੱਚ ਧੰਨ ਗੁਰੂ ਨਾਨਕ ਮਹਾਰਾਜ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਥਾਪ ਦਿੰਦੇ ਆ। 7 ਸਾਲ ਹੁਕਮ ਮੰਨਿਆ ਕਰਤਾਰਪੁਰ ਸਾਹਿਬ ਜੀ ਧਰਤੀ ਤੇ। ਉਹ ਕਹਿੰਦੇ ਨੇ, ਵੇਖੋ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਜਿਵੇਂ ਸਾਨੂੰ ਕਿਹਾ ਸੀ ਜੀ, ਕਿਰਪਾ ਧਾਰ ਪੁਨ ਗਿਰਾ ਅਲਾਈ। ਕਿਉਂਕਿ ਜਿਸ ਵੇਲੇ ਉਹਨਾਂ ਨੇ ਆਪਣੇ ਅੰਗ ਸੇ ਲਗਾ ਕਰ ਅੰਗਦ ਕਰ ਦਿਆ, ਸਾਨੂੰ ਅੰਗਦ ਬਣਾਇਆ, ਤੇ ਗੁਰੂ ਨਾਨਕ ਮਹਾਰਾਜ ਜੀ ਨੇ ਪਰ ਕਰਤਾਰਪੁਰ ਸਾਹਿਬ ਸਾਨੂੰ ਆ ਬਚਨ ਕਹੇ ਸਨ ਜੀ। ਹਮ ਜਹ ਬਸੈ ਥਾਨ ਦੇਹੁ ਤਿਆਗ। ਕਹਿੰਦੇ ਨੇ ਅੰਗਦ ਦੇਵ ਜੀ, ਜਿਸ ਥਾਂ ਤੇ ਅਸੀਂ ਰਹਿੰਦੇ ਆ, ਤਾਂ ਸਾਨੂੰ ਇਹ ਥਾਂ ਨੂੰ ਤਿਆਗ ਦੇਣਾ ਆ।
ਤੁਸਾਂ ਨੇ ਕਰਤਾਰਪੁਰ ਛੱਡ ਕੇ ਚਲੇ ਜਾਣਾ ਆ, ਤੁਸਾਂ ਨੇ ਇੱਥੇ ਨਹੀਂ ਰਹਿਣਾ। ਉਹਦਾ ਕੀ ਕਾਰਨ ਹੈ ਜੀ? ਅਪਰ ਸਥਲ ਕਰ ਥਿਤ ਪੜ ਭਾਗ। ਉਹਨਾਂ ਨੇ ਇਹ ਹੁਕਮ ਕੀਤਾ ਸੀ ਕਿ ਵੱਡੇ ਭਾਗਾਂ ਵਾਲਿਆ ਕੋਈ ਹੋਰ ਥਾਂ ਲੱਭੀ, ਕੋਈ ਹੋਰ ਜਗ੍ਹਾ ਤੇ ਜਾ ਕੇ ਰਹਿਣਾ, ਆਪਣਾ ਪੜਾਅ ਕਰਨਾ, ਟਿਕਾਣਾ ਕਰਨਾ। ਤੁਸੀਂ ਕਰਤਾਰਪੁਰ ਸਾਡੇ ਸੱਚਖੰਡ ਪਿਆਨਾ ਕਰਨ ਤੋਂ ਕਹਿਣ ਲੱਗੇ ਤੁਸਾਂ ਨੇ ਚਲੇ ਜਾਣਾ, ਇੱਥੇ ਤੁਸਾਂ ਨੇ ਸਾਡੇ ਤੋਂ ਬਾਅਦ ਆਣ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਹੁਣ ਜਪ ਲੈ ਕੇ ਆਏ ਨਾਮ ਦਾ, ਹੁਣ ਤਪ ਲੈ ਕੇ ਆਏ ਸੇਵਾ ਦਾ, ਆ ਹੁਣ ਸ਼ੁਭ ਗੁਣ ਲੈ ਕੇ ਆਏ ਆ ਬਾਬੇ ਨਾਨਕ ਦੇ ਦਰ ਤੋਂ, ਇਹ ਰਹਿਮਤਾਂ ਲੈ ਕੇ ਆਏ ਆ। ਤੇ ਹੁਣ ਖਡੂਰ ਸਾਹਿਬ ਰਹਿਣ ਲੱਗ ਪਏ। ਕਹਿਣ ਲੱਗੇ ਸਾਨੇ ਕਰਤਾਰਪੁਰ ਛੱਡਿਆ, ਗੁਰੂ ਨਾਨਕ ਮਹਾਰਾਜ ਜੀ ਦੇ ਬਚਨ ਮੰਨੇ ਤੇ ਖਡੂਰ ਸਾਹਿਬ ਅਸੀਂ ਆਣ ਕੇ ਆਪਣਾ ਪੜਾ ਨਿਵਾਸ ਕੀਤਾ ਹੈ ਜੀ। ਬਸ ਤੇ ਸੰਮਤ ਕਿਤਕ ਬਿਤਾਏ। ਦੇਖ ਲਓ ਹੁਣ ਕਿੰਨੇ ਸਾਲ ਹੋ ਗਏ ਨੇ ਇੱਥੇ ਰਹਿੰਦੇ ਸਨ ਖਡੂਰ ਸਾਹਿਬ। ਅਸੀਂ ਆਣ ਕੇ ਰਹਿਣ ਲੱਗ ਪਏ, ਸਾਡਾ ਪਰਿਵਾਰ ਵੀ ਜਿਹੜਾ ਉਹ ਇੱਥੇ ਹੀ ਸੀ ਜੀ। ਸ੍ਰੀ ਚੰਦ ਅਰ ਲਖਮੀ ਦਾਸ। ਔਰ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਲਖਮੀ ਦਾਸ, ਇਹ ਜੋ ਬਾਬਾ ਨਾਨਕ ਜੀ ਦੇ ਸੁਪੁੱਤਰ ਹਨ ਜੀ। ਪਿਤ ਸਥਾਨ ਤਿਨ ਕਰਿਓ ਨਿਵਾਸ। ਉਹ ਫਿਰ ਆਪਣੇ ਪਿਤਾ ਜੀ ਦੇ ਸਥਾਨ ਤੇ ਰਹਿੰਦੇ ਆ, ਕਰਤਾਰਪੁਰ ਸਾਹਿਬ ਰਹਿੰਦੇ ਆ। ਅਸੀਂ ਕਰਤਾਰਪੁਰ ਛੱਡ ਕੇ ਬਾਬੇ ਨਾਨਕ ਦਾ ਹੁਕਮ ਮੰਨਿਆ, ਅਸੀਂ ਫਿਰ ਖਡੂਰ ਸਾਹਿਬ ਆ ਗਏ ਹਾਂ ਜੀ। ਦਾਸੇ ਤੁਮ ਥਲ ਅਪਰ ਬਨਾਏ। ਇਸੇ ਤਰ੍ਹਾਂ ਤੁਸਾਂ ਨੇ ਹੁਣ ਖਡੂਰ ਸਾਹਿਬ ਛੱਡ ਕੇ ਤੇ ਕੋਈ ਹੋਰ ਥਾਂ ਵਸਾਉਣਾ, ਕੋਈ ਹੋਰ ਜਗ੍ਹਾ ਵਸਾਉਣੀ ਆ ਜਿੱਥੇ ਜਾ ਕੇ ਤੁਸਾਂ ਨੇ ਰਹਿਣਾ ਹੈ ਜੀ। ਬਸ ਹੋ ਤਹਾਂ ਸਭ ਬਿਦ ਸੁਖ ਪਾਏ। ਬਸ ਉੱਥੇ ਜਾ ਕੇ ਨਵਾਂ ਨਗਰ ਵਸਾ ਕੇ ਤਿਆਰ ਕਰਕੇ ਨਵੀਂ ਥਾਂ ਤੇ ਤੁਸਾਂ ਨੇ ਉੱਥੇ ਭਾਗ ਲਾਉਣੇ ਆ। ਆਪ ਸੁਖ ਮਾਨਣਾ ਤੇ ਨਾਮ ਦੀ ਬਰਕਤ ਨਾਲ ਮਾਨਵਤਾ ਦਾ, ਮਨੁੱਖਤਾ ਦਾ ਭਲਾ ਕਰਨਾ ਹੈ ਜੀ। ਦਾਸੂ ਦਾਤੂ ਸਦਨ ਰਹਾਂਗੇ। ਦਾਸੂ ਅਤੇ ਦਾਤੂ ਜਿਹੜੇ ਸਾਡੇ ਪੁੱਤਰ ਨੇ ਉਹ ਖਡੂਰ ਸਾਹਿਬ ਰਹਿਣਗੇ, ਉਹ ਸਾਡੇ ਘਰੇ ਰਹਿਣਗੇ। ਕਿਉਂ? ਮਹਾਰਾਜ ਇਹ ਵੀ ਗੁਣ ਗੱਲ ਅੱਗੇ ਦੱਸਣਗੇ ਜੀ। ਬਿਖਾ ਨਾ ਤੁਮ ਇਰਖਾ ਨਾ ਲਹਾਂਗੇ। ਕਿਉਂਕਿ ਜੇਕਰ ਤੁਸੀਂ ਇੱਥੇ ਰਹੋਗੇ, ਗੁਰਿਆਈ ਦੇਣੀ ਆ ਤੁਹਾਨੂੰ, ਤੇ ਮੇਰੇ ਪੁੱਤਰ ਉਹ ਆਪਣਾ ਹੱਕ ਜਿਤਾਉਂਦੇ ਨੇ ਮਨ ਹੀ ਮਨ ਵਿੱਚ ਵੀ ਸ਼ਾਇਦ ਗੁਰੂ ਅਸਾਂ ਨੇ ਬਣਨਾ। ਪਰ ਬੇਨਤੀ ਕਰਾਂ ਕਿ ਜਿਸ ਵੇਲੇ ਸੰਗਤਾਂ ਦੇ ਵਿੱਚ ਇਹ ਗੱਲ ਹੋ ਗਈ ਸੀ ਨਾ ਪ੍ਰਗਟ ਕਿ ਹੁਣ ਗੁਰਿਆਈ ਗੁਰ ਅਮਰਦਾਸ ਮਹਾਰਾਜ ਜੀ ਨੂੰ ਮਿਲਣੀ ਆ, ਕਿ ਸਤਿਗੁਰੂ ਜੀ ਨੇ ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਇੱਕ ਵਾਰੀ ਬਾਬਾ ਅਮਰਦਾਸ ਨੂੰ ਬਾਸਰ ਕੇ ਭੇਜਦੇ ਆ ਕਿ ਤੁਸੀਂ ਆਪਣੇ ਪਿੰਡ ਚਲੇ ਜਾਓ ਬਾਸਰ ਕੇ। ਤਾਂ ਰਸਤੇ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਜੀ, ਉਹਨਾਂ ਦੀ ਕਿਤਾਬ ਹੈ ਪਰਬਤ ਮੇਰਾਨ, ਉਹਦੇ ਵਿੱਚ ਲਿਖਦੇ ਆ, ਉਹ ਕਹਿੰਦੇ ਕਿ ਦਾਸੂ ਅੱਗੋਂ ਇੱਕ ਵਾਰੀ ਘੇਰਦਾ ਵੀ ਇਹਨਾਂ ਨੂੰ, ਇਹਨਾਂ ਤੇ ਵਾਰ ਕਰਨ ਲੱਗਦਾ ਆ ਬਾਬਾ ਅਮਰਦਾਸ ਤੇ, ਪਰ ਉਹਦੀ ਮੁੱਠੀ ਬੰਦ ਨਹੀਂ ਤੇ ਖੁੱਲਦੀ ਨਹੀਂ ਆ। ਤੇ ਜਿਸ ਵੇਲੇ ਧੰਨ ਗੁਰ ਅੰਗਦ ਦੇਵ ਮਹਾਰਾਜ ਜੀ ਦੇ ਮਹਿਲ ਤੇ ਦਾਸੂ ਦੀ ਮਾਤਾ ਖੀਵੀ ਨੂੰ ਪਤਾ ਲੱਗਦਾ, ਉਹ ਫਿਰ ਆਪਣੇ ਪੁੱਤਰ ਨੂੰ ਨਾਲ ਲੈ ਕੇ ਫਿਰ ਬਾਸਰ ਕੇ ਜਾਂਦੀ ਆ ਔਰ ਜਾ ਕੇ ਕਹਿਣ ਲੱਗੀ ਖਿਮਾ ਮੰਗੋ। ਤੇ ਧੰਨ ਗੁਰ ਅਮਰਦਾਸ ਮਹਾਰਾਜ ਜੀ ਕਹਿੰਦੇ ਤੁਸੀਂ ਕਿਉਂ ਆਏ, ਮੈਨੂੰ ਬੁਲਾ ਲੈਂਦੇ, ਕਿਉਂ ਖੇਚਲ ਕੀਤੀ, ਮੈਂ ਉੱਥੇ ਆ ਜਾਂਦਾ। ਤੇ ਫਿਰ ਦੱਸਿਆ ਕਿ ਮੈਂ ਇਸ ਕਰਕੇ ਆਈ ਆ। ਕਹਿਣ ਤੋਂ ਮਹਾਰਾਜ ਇਹ ਈਰਖਾ ਪੈਦਾ ਹੋ ਚੁੱਕੀ ਆ। ਇਸੇ ਕਰਕੇ ਧੰਨ ਗੁਰ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਕਿ ਦਾਸੂ ਤੇ ਦਾਤੂ ਰਹਿਣਗੇ ਖਡੂਰ ਸਾਹਿਬ, ਤੇ ਤੁਸਾਂ ਨੇ ਚਲੀ ਜਾਣਾ ਹੋਰ ਥਾਂ, ਨਗਰ ਹੋਰ ਵਸਾਉਣਾ। ਉਹਦਾ ਕਾਰਨ ਆ ਵੀ ਜੇ ਤੁਸੀਂ ਇੱਥੇ ਰਹੋਗੇ ਨਾ, ਦਾਸੂ ਤੇ ਦਾਤੂ ਦੇ ਮਨ 'ਚ ਤੁਹਾਨੂੰ ਵੇਖ ਵੇਖ ਕੇ ਈਰਖਾ ਪੈਦਾ ਹੁੰਦੀ ਰਹੇਗੀ। ਇਹ ਹੁੰਦਾ ਹੀ ਹੈ। ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਵੀ ਗੁਰ ਅੰਗਦ ਦੇਵ ਜੀ ਨੂੰ ਤਾਂ ਹੀ ਕਿਹਾ ਸੀ ਕਿ ਤੁਸੀਂ ਨੇ ਕਰਤਾਰਪੁਰ ਸਾਹਿਬ ਨਹੀਂ ਰਹਿਣਾ, ਤੁਸੀਂ ਖਡੂਰ ਸਾਹਿਬ ਚਲੇ ਜਾਇਓ, ਇੱਥੇ ਨਹੀਂ ਰਹਿਣਾ। ਕਿਉਂਕਿ ਇੱਥੇ ਰਹੋਗੇ, ਕਿਉਂਕਿ ਪੁੱਤਰ ਵਿਰੋਧ ਕਰਨਗੇ। ਪਤਾ ਸੀ ਨਾ ਕਿ ਬਾਬਾ ਸ੍ਰੀ ਚੰਦ ਕਹਿੰਦਾ ਕਿ ਵੱਡਾ ਪੁੱਤਰ ਮੈਂ ਗੁਰਿਆਈ, ਮੈਨੂੰ ਲਖਮੀ ਦਾਸ ਆਪ ਸੋਚਦਾ। ਚਲ ਉਹਨੇ ਤਾਂ ਨਹੀਂ, ਬਾਬਾ ਸ੍ਰੀ ਚੰਦ ਉਹਨਾਂ ਦੇ ਮਨ 'ਚ ਹੈ। ਇੱਥੋਂ ਤੱਕ ਕਿ ਮਾਤਾ ਸੁਲੱਖਣੀ ਜੀ ਵੀ ਕਰਤਾਰਪੁਰ ਸਾਹਿਬ ਇਹ ਬੇਨਤੀ ਕਰਦੇ ਆ ਕਿ ਵੇਖੋ ਤੁਹਾਡੇ ਪੁੱਤਰ ਨੇ ਗੁਰਿਆਈ ਸੇਵਕ ਨੂੰ। ਔਰ ਧੰਨ ਗੁਰੂ ਨਾਨਕ ਮਹਾਰਾਜ ਹਾਲਾਂਕਿ ਪਰਚੇ ਬੜੇ ਪਏ ਆ ਪਹਿਲਾਂ ਵੀ, ਪਰ ਧੰਨ ਗੁਰੂ ਨਾਨਕ ਮਹਾਰਾਜ ਫਿਰ ਆਖਰੀ ਪਰਚਾ ਇੱਕ ਹੋਰ ਪਾਉਂਦੇ ਆ। ਉਹ ਕਹਿੰਦੇ ਠੀਕ ਹੈ ਸੁਲੱਖਣੀਏ, ਬਰਾਦਰੀ ਕੱਟੀ ਆ, ਭਾਈਚਾਰਾ ਸਾਰਾ ਇੱਥੇ ਇਕੱਤਰਿਆ,
चल आप फिर भी ना एक परचा होर पा लेने आ, फिर बरादरी फैसला करेगी, असीं ते फैसला किया। क्योंकि ये जिहड़ी गुरियाई है, जिहड़ी जोत इलाही आ, ये कोई जमीन नहीं है, कोई जायदाद नहीं है कि पुत्रां दा हक आ कि पुत्रां नूं मिलनी आ। ये ते हुंदी आ परमात्मा वल्लों, जिहदे भागां च लिखी ओनूं ही मिलनी आ। इत्थे कोई रिश्तेदारी दा मतलब भी कोई नहीं आ ना, इत्थे खून दा संबंध कोई नहीं कि मेरा लहू ने, मेरे पुत्र ने, मेरा खून आ, इन्हां नूं हक बनदा ना। एक मैं होर बेनती करना याद आ गई, डेरा बाबा नानक ना, धन गुरु नानक महाराज उन्होंने उत्ते स्थान है जी। बाबा नानक जी 17-18 साल फिर करतारपुर डेरा बाबा नानक के रहे आ। उस जूह दे विच सतगुरां दा प्यारा सिख है अजीता रंधावा, ओदा उत्थे खूह भी आ। उत्थे बाबे नानक दा चोला पिया, चोला साहिब बाबे नानक दा चोला। सतगुर जदों बगदाद जांदे आ ना जी, उत्थे हाकम ने वो जिहड़ा चोला बाबे नानक नूं भेंट कीता, ते कुरान दी आयतां लिखिया उत्ते, कुरान दी आयतां। पर वो जिहड़ा चोला आ वो हुण उत्थे बेदी परिवार रहिंदे, बेदियां दे कोल आ वो चोला साहिब, बेदियां दे कोल आ। संगतां जांदियां ने, दर्शन करदियां ने। मैं जिहड़ी अर्ज करनी चाहुंदा वा, हुण वो जिहड़ा चोला पहिला श्रोमणी कमेटी दे कोल भी आया जी, जो उत्थे दसदे ने गुरमुख प्यारे, पर कहंदे फिर केस कर दिता जी बेदियां ने। उन्हां कहा भी ये असीं बेदियां, बाबा नानक साडे सन, इस करके वो जिहड़ा चोला सी ना भी साडे हक च होना चाहिदा, ये जायदाद है। फिर वो चोला उन्हां दे हक विच हो गया, उन्हां दे कोल है चोला धन गुरु नानक महाराज जी दा। सतगुरु जी कहंदे ने भी ये जिहड़ी गुरु जोत है, गुरियाई है, कोई जमीन नहीं, कोई घर नहीं आ, ये कोई दुनियावी पदार्थ नहीं आ भी पुत्रां दा हक बनदा, औलाद दा हक बनदा प्यो तो बाद भी इन्हां नूं ही मिलेगी ना। कहंदे जिहड़ी जोत इलाही आ, ये जिहदे भागां विच है, ये जिहड़ा ओहदे काबल है, एक काबल भी ते दूसरा ये जिहदे ते परमात्मा दी बख्शिश आ, ये उसे नूं मिलनी आ। जिस ਵੇਲੇ माता सुलखणी जी गल कहंदे आ कि पुत्रां नूं छड्ड के सेवक नूं, ते महाराज जी कहंदे कोई गल नहीं, फैसला तुसीं करदे हो। उत्थे फिर आप जी सरवण करदे हो ना कि सारी बरादरी इकट्ठी आ, भाईचारा कत्तर हुंदा। ते मेरे बाबा नानक जी प्यारो, किसी ने एक पैसा, किसी ने एक रुपया लिखिया, कुछ भी कह लईए, मेरे बाबे ने एक सिक्का लिया, एक टका लिया, रुपया लिया, रजत बाण आपां कह दईए, मेरे बाबे ने उस वेले वो टका लिया, हथ विच रखिया, सारे दे सामने उंगलां मिच लईआं, मुट्ठी बंद कीती, ते महाराज कहंदे बेटा श्री चंद दस मेरी मुट्ठी विच की आ, मेरी मुट्ठी विच की आ। बाबा श्री चंद जी आखदे ने बापू किहो जिहियां गल्लां करना, एक रुपया ही तुहाडी मुट्ठी च, एक रजत पाणियां जिहड़े सिक्के उदों चलदे सी, पर हुण मैं रुपया ही कहांगा ना, क्योंकि हुण कह दे कोई उदों रुपये चलदे नहीं सी, पर हुण ते आपां रुपया ही कहांगे ना। हुण आपां इत्थे रहना रुपया, तर डॉलर ही आपां कहंदे आ ना, इंडिया पर रुपया कहंदे सी, हुण डॉलर कहंदे आ। खैर वो सतगुरु जी ने उस समय तक सिक्का अपने हाथ विच रखिया जी। श्री चंद नूं कहंदे मेरी मुट्ठी विच की आ? वो कहंदे ने गुरु पिता जीओ तुहाडी मुट्ठी विच ना केवल के सिक्का ही आ, एक टका ही आ, होर की आ? सारे दे सामने तुसां ने तली ते रखिया ते मुठ बंद कीती आ। महाराज जी हस पए आ। फिर लक्ष्मी दास नूं कहंदे बेटा तू दस कि साडी मुट्ठी विच की आ? वो भी यही गल कहंदा कि पिता जी एक टका ही आ, एक रुपया ही आ, होर तुहाडी मुट्ठी विच की आ? बरादरी सारी सुणदी पई आ, माता सुलखणी जी कोल ने, ते धन गुरु नानक महाराज फिर कहंदे आ लैणिया तू ही दस आ मेरी मुट्ठी विच की आ? फिर आह गल हुण समझण वाली, लैणिया तू दस मेरी मुट्ठी विच की आ? लैणे दे हथ जुड़ जांदे, नेत्र सेजल हो गए। कहंदा बाबा नानका मेरी जुबान विच इन्नी ताकत कित्थों कि मैं बयान कर सकां कि तुहाडी मुट्ठी विच की आ? सतगुरु तुहाडी मुट्ठी विच की नहीं आ? इहने आख्या सतगुरु ये सारे जीवां दा रिजक तुहाडी मुट्ठी विच आ, जिंदगी मौत तुहाडी मुट्ठी विच है, सारा संसार तुहाडी मुट्ठी विच है। बाबा नानका इथों तक निरंकार भी तुहाडी मुट्ठी विच है। मैं ते दस ही नहीं सकता सतगुरु तुहाडी मुट्ठी विच की आ? ये 9 निधियां 18 सिद्धियां सारियां तुहाडी मुट्ठी विच ने। प्यारे जदों आ गल कही ते सतगुरु भरी बरादरी भाईचारा इकट्ठा माता सुलखणी जी कोल ने, ते कहंदे तुसीं दसो कि ये जोत किस दे हिरद टिकनी चाहिदी आ?
ਇਹ ਗੁਰਿਆਈ ਕਿਸ ਨੂੰ ਮਿਲਣੀ ਚਾਹੀਦੀ ਆ? ਸਾਰੇ ਕਹਿੰਦੇ ਨੇ ਇਹ ਲੈਣੇ ਨੂੰ ਹੀ ਮਿਲਣੀ ਚਾਹੀਦੀ ਆ। ਗੁਰੂ ਸਾਹਿਬ ਨੇ ਦਿੱਤੀ ਇਹ ਗੁਰਿਆਈ ਲੈਣੇ ਨੂੰ, ਪਰ ਕਿਆ ਲੈਣੇ ਤੂੰ ਰਹਿਣਾ ਨਹੀਂ। ਠੀਕ ਹੈ, ਫੈਸਲਾ ਸਾਡੀ ਸਾਹਮਣੇ ਹੋ ਚੁੱਕਿਆ ਵਾ, ਤੁਹਾਨੂੰ ਅਸੀਂ ਥਾਪਿਓ ਲੈਣਾ ਜੀਵਨ ਦੇ ਗੁਰਿਆਈ ਸਰ ਛਤਰ ਫਰਾਇਆ, ਆਪਣੀ ਹਯਾਤੀ ਵਿੱਚ ਤੁਹਾਨੂੰ ਗੁਰੂ ਬਣਾ ਕੇ ਚੱਲਿਆ, ਥਾਪ ਕੇ ਚੱਲਿਆ, ਪਰ ਫਿਰ ਵੀ ਸਾਡੇ ਤੋਂ ਬਾਅਦ ਇਹ ਪੁੱਤਰ ਈਰਖਾ ਕਰਨਗੇ। ਇਸ ਕਰਕੇ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਲੜਾਈ ਨਹੀਂ ਚਾਹੀਦੀ, ਇੱਥੇ ਝਗੜਾ ਨਹੀਂ ਚਾਹੀਦਾ, ਇੱਥੇ ਤੇ ਸ਼ਾਂਤੀ ਦੇ ਸੋਮੇ ਫੁੱਟਦੇ ਆ। ਵੇਖੋ ਗੁਰੂ ਸਾਹਿਬ ਨੂੰ ਪਤਾ ਕਿ ਇੱਥੇ ਰਹਿਣਗੇ ਪੁੱਤਰ ਵਿਰੋਧ ਕਰਨਗੇ, ਝਗੜਾ ਕਲੇਸ਼ ਪਾਉਣਗੇ। ਗੁਰੂ ਘਰ ਕਲੇਸ਼ ਨਹੀਂ। ਮੈਂ ਫਿਰ ਬੇਨਤੀ ਕਰਾਂ ਪਿਆਰਿਓ, ਇੱਥੇ ਵੀ ਤੇ ਉੱਥੇ ਵੀ, ਚਾਹੇ ਸ਼੍ਰੋਮਣੀ ਕਮੇਟੀ ਹੋਵੇ ਚਾਹੇ ਕੋਈ ਵੀ ਹੋਵੇ, ਪਿਆਰਿਓ ਗੁਰੂ ਘਰ ਕਲੇਸ਼ ਨਹੀਂ ਜੇ ਚਾਹੀਦਾ, ਗੁਰੂ ਘਰ ਲੜਾਈ ਨਹੀਂ ਚਾਹੀਦੀ, ਗੁਰੂ ਘਰ ਝਗੜਾ ਨਹੀਂ ਚਾਹੀਦਾ, ਬਿਲਕੁਲ ਨਹੀਂ। ਆਪਸ ਵਿੱਚ ਬੈਠ ਕੇ ਜੋ ਕਰਨਾ ਉਹ ਕਰੋ ਜੀ, ਵਿਚਾਰਾਂ ਦੇ ਨਾਲ, ਪਰ ਨਹੀਂ ਗੁਰੂ ਦੇ ਦਰਬਾਰ 'ਚ ਪੱਗਾਂ ਲੱਥ ਜਾਣ ਜੀ, ਗੁਰੂ ਦੇ ਦਰਬਾਰ 'ਚ ਕਿਰਪਾਨਾਂ ਚੱਲ ਜਾਣ। ਪਿਆਰ ਇਹ ਬੜਾ ਵੱਡਾ ਗੁਨਾਹ। ਸਤਿਗੁਰੂ ਮਹਾਰਾਜ ਵੇਖੋ ਦੂਰ ਦ੍ਰਿਸ਼ਟੀ ਹੈ ਗੁਰੂ ਸਾਹਿਬ ਜੀ ਦੀ। ਉਹ ਕਹਿੰਦੇ ਨੇ ਇਸ ਕਰਕੇ ਲੈਣਿਆ ਤੂੰ ਕਰਤਾਰਪੁਰ ਨਹੀਂ ਰਹਿਣਾ, ਤੁਸਾਂ ਨੇ ਖਡੂਰ ਹੀ ਚਲੇ ਜਾਣਾ। ਉਹਦਾ ਕਾਰਨ ਆ ਕਿ ਤੁਸੀਂ ਇੱਥੇ ਰਹੋਗੇ, ਪੁੱਤਰ ਵਿਰੋਧ ਕਰਨਗੇ, ਈਰਖਾ ਕਰਨਗੇ, ਝਗੜਾ ਹੋਵੇਗਾ, ਕਲੇਸ਼ ਹੋਵੇਗਾ, ਕੁਝ ਤੁਹਾਡੇ ਨਾਲ ਹੋਣਗੇ, ਕੁਝ ਉਹਨਾਂ ਦੇ ਨਾਲ ਹੋਣਗੇ। ਪਰ ਮੇਰਾ ਬਾਬਾ ਨਾਨਕ ਮਹਾਰਾਜ ਕਹਿੰਦੇ ਮੈਂ ਸਾਰਿਆਂ ਨੂੰ ਇੱਕ ਕਰਨ ਵਾਸਤੇ ਆਇਆ, ਮਨੁੱਖਤਾ ਦੀਆਂ ਵੰਡੀਆਂ ਪਾਉਣ ਵਾਸਤੇ ਨਹੀਂ ਮੈਂ ਆਇਆ, ਮੈਂ ਸਾਰਿਆਂ ਨੂੰ ਇੱਕ ਕਰਨ ਵਾਸਤੇ ਆਇਆ। ਇਹੀ ਤੇ ਕੀਤਾ ਬਾਬੇ ਨਾਨਕ ਨੇ ਵੀ ਇਹੀ ਕੀਤਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਵੀ ਤਾਂ ਸਾਰਿਆਂ ਨੂੰ ਇੱਕ ਹੀ ਕਰਦੇ ਆ, ਖੰਡੇ ਬਾਟੇ ਦੀ ਪੌਲ ਦੇ ਕੇ ਸਾਰੇ ਵੈਰ ਵਿਰੋਧ ਮਿੱਤਕਰੇ ਮਿਟਾਉਂਦੇ ਪਿਆ ਸਾਡੇ ਵਿੱਚੋਂ, ਮੇਰ ਤੇ ਸਾਰੀ ਮਿਟਾਉਂਦੇ ਆ। ਇਸ ਕਰਕੇ ਬਾਬਾ ਜੀ ਨੇ ਕਿਹਾ ਕਿ ਨਹੀਂ ਤੁਸੀਂ ਖਡੂਰ ਸਾਹਿਬ। ਅੱਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ, ਬਾਬਾ ਅਮਰਦਾਸ ਜੀ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਜੋ ਅਸਾਂ ਨੂੰ ਕਿਹਾ ਬਚਨ ਮੰਨੇ, ਅਸੀਂ ਇੱਥੇ ਆ ਗਏ, ਖਡੂਰ ਸਾਹਿਬ ਇੰਨੇ ਸਾਲ ਹੋ ਗਏ, ਤੇ ਤੁਹਾਨੂੰ ਵੀ ਇਹ ਅਸੀਂ ਕਹਿੰਦੇ ਆ ਕਿ ਤੁਸਾਂ ਨੇ ਹੁਣ ਖਡੂਰ ਸਾਹਿਬ ਨਹੀਂ, ਤੁਸਾਂ ਨੇ ਹੋਰ ਨਗਰ ਜਿਹੜਾ ਉਹ ਟੋਲਣਾ ਵਸਾਉਣਾ, ਉੱਥੇ ਵਸੇਬਾ ਕਰਨਾ ਹੈ। ਕਿਉਂ? ਅਗਰ ਇੱਥੇ ਰਹੋਗੇ, ਇੱਥੇ ਪੁੱਤਰ ਨੇ 10 ਉੱਤੇ ਦਾਤੂ, ਤੁਹਾਨੂੰ ਦੇਖਣਗੇ, ਮਨਾਂ 'ਚ ਈਰਖਾ ਪੈਦਾ ਹੋਵੇਗੀ, ਵਿਰੋਧ ਪੈਦਾ ਹੋਵੇਗਾ। ਉਹ ਕਰੇ ਤੇ ਇੱਥੇ ਲੋਕਾਂ ਨੇ, ਦੁਨੀਆ ਨੇ ਤੁਹਾਡੇ ਚਰਨਾਂ 'ਚ ਮੱਥੇ ਟੇਕਿਆ ਕਰਨੇ ਆ, ਇਹਦਾ ਬੜਾ ਪ੍ਰਤਾਪ ਵਧਣਾ ਆ। ਤੇ ਜਿਵੇਂ ਜਿਵੇਂ ਤੁਹਾਡਾ ਪ੍ਰਤਾਪ ਵਧੇਗਾ, ਤਿਵੇਂ ਤਿਵੇਂ 10 ਉੱਤੇ ਦਾਤੂ ਉਹਨਾਂ ਦੇ ਮਨ 'ਚ ਈਰਖਾ ਵਧੇਗੀ। ਜੇ ਤੁਸੀਂ ਇੱਥੇ ਰਹੋਗੇ, ਵੇਖ ਵੇਖ ਕੇ ਉਹਨਾਂ ਕੋਲੋਂ ਜ਼ਰਿਆ ਨਹੀਂ ਜਾਣਾ ਹੈ ਜੀ। ਜਰ ਹਰ ਦੇ ਨਹਿ ਪਰਹਿ ਬਿਗਾਰੋ। ਇਸ ਕਰਕੇ ਉਹ ਈਰਖਾ ਕਰਨਗੇ, ਵਿਗਾੜ ਪੈ ਜਾਏਗਾ, ਉਪੱਦਰ ਹੋਏਗਾ, ਕਲੇਸ਼ ਪਏਗਾ, ਝਗੜਾ ਹੋਵੇਗਾ। ਤੇ ਬਾਬੇ ਨਾਨਕ ਦਾ ਘਰ ਝਗੜੇ ਮਟਾਉਂਦਾ ਆ, ਬਾਬੇ ਨਾਨਕ ਦੇ ਘਰ ਝਗੜੇ ਚਾਹੀਦੇ ਨਹੀਂ, ਗੁਰੂ ਨਾਨਕ ਦੇ ਘਰ ਕਲੇਸ਼ ਨਹੀਂ ਚਾਹੀਦਾ। ਇੱਥੇ ਆਣ ਕੇ ਤੇ ਕਲੇਸ਼ ਮਿਟਣੇ ਚਾਹੀਦੇ ਹਨ, ਇੱਥੇ ਆਣ ਕੇ ਵੈਰ ਵਿਰੋਧ ਨਹੀਂ। ਬਾਬੇ ਨਾਨਕ ਦਾ ਘਰ ਤਾਂ ਇਹ ਹੈ ਕਿ ਵਿਸਰ ਗਈ ਸਭ ਤਾਤ ਪੁਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾਹੇ ਬਿਗਾਨਾ, ਸਕਲ ਸੰਗ ਹਮ ਕੋ ਬਨ ਆਈ। ਇੱਥੇ ਪਰਾਈ ਤਾਤ ਈਰਖਾ ਨਹੀਂ ਚਾਹੀਦੀ ਗੁਰੂ ਨਾਨਕ ਦੇ ਘਰ। ਇਸ ਕਰ ਕਹਿਣ ਲੱਗੇ ਇੱਥੇ ਰਹੋਗੇ ਤੇ ਮੇਰੇ ਪੁੱਤਰ ਈਰਖਾ ਕਰਨਗੇ ਤੁਹਾਡਾ ਪ੍ਰਤਾਪ ਦੇਖ ਕੇ। ਤੇ ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਚਨ ਕਹਿੰਦੇ ਆ, ਤੇ ਗੁਰੂ ਅਮਰਦਾਸ ਮਹਾਰਾਜ ਅੱਗੋਂ ਕੀ ਬੇਨਤੀ ਕਰਦੇ ਆ, ਇਹ ਵਿਚਾਰ ਆਪ ਜੀ ਨੇ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨੀ ਜੀ, ਇਹਨੀ ਸੇਵਾ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਮਾਫ ਕਰਨੀਆਂ। ਇਹਨਾਂ ਪੰਕਤੀਆਂ ਦਾ ਪਾਠ ਆਪ ਜੀ ਸਰਵਣ ਕਰੋ ਜੀ। ਦਾਸੂ ਦਾਤੂ ਸਦਨ ਰਹੇਂਗੇ, ਪਿਖੈ ਨ ਤੁਮ ਇਰਖਾ ਨ ਲਹੇਂਗੇ, ਨਾਹੇ ਤਾ ਦੇਖ ਪ੍ਰਤਾਪ ਤਿਹਾਰੋ, ਜਰ ਹਰ ਦੇ ਨਹਿ ਪਰਹਿ ਬਿਗਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।